ਦੋਸਤੋ, ਅੱਜ ਮੇਜਰ ਮਾਰਕਟ ਇੱਕ ਵਾਰੀ ਫੇਰ ਤੁਹਾਡੇ ਲਈ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੋ ਰਿਹਾ ਹੈ। ਤੁਹਾਡਾ ਸਾਰਿਆਂ ਦਾ ਇਸ ਪੋਡਕਾਸਟ ਚੈਨਲ 'ਤੇ ਨਿੱਘਾ ਸਵਾਗਤ ਹੈ। ਸੋ ਦੋਸਤੋ, ਪਿਛਲੀ ਵਾਰ ਮੈਂ ਤੁਹਾਨੂੰ ਅਪੀਲ ਕੀਤੀ ਸੀ ਕਿ ਆਪਾਂ ਚੈਨਲ ਸ਼ੁਰੂ ਕਰਨ ਜਾ ਰਹੇ ਹਾਂ। ਸੋ ਅੱਜ ਆਪਾਂ ਉਹਦੀ ਪਹਿਲੀ ਕਿਸ਼ਤ ਕਰ ਰਹੇ ਹਾਂ ਅਤੇ ਤੁਹਾਡੇ ਵੱਲੋਂ ਇਸ ਚੈਨਲ ਲਈ ਭਰਪੂਰ ਹੁੰਗਾਰਾ ਆਇਆ। ਸੋ ਫੇਸਬੁੱਕ ਰਾਹੀਂ, ਵਟਸਐਪ ਰਾਹੀਂ ਅਤੇ ਹੋਰ ਜਿਹੜੇ ਵੀ ਮਾਧਿਅਮ ਰਾਹੀਂ ਅਸੀਂ ਤੁਹਾਡੇ ਤੱਕ ਇਹ ਗੱਲ ਪਹੁੰਚਾਈ ਸੀਗੀ ਅਤੇ ਤੁਹਾਡੇ ਵੱਲੋਂ ਨਿੱਘਾ ਸਵਾਗਤ ਹੈ। ਅਤੇ ਮੈਂ ਉਹਨਾਂ ਸਾਰੇ ਦੋਸਤਾਂ ਦਾ ਧੰਨਵਾਦ ਕਰਨਾ ਚਾਹੁੰਦਾ। ਸੋ ਦੋਸਤੋ, ਜਿਵੇਂ ਤੁਸੀਂ ਜਾਣਦੇ ਸੀ ਕਿ ਅਸੀਂ ਆਪਣੇ ਬਚਪਨ ਦੇ ਵਿੱਚ ਪਿੰਡਾਂ ਦੇ ਵਿੱਚ ਸੱਥਾਂ ਲੱਗਦੀਆਂ ਹੁੰਦੀਆਂ ਸੀ, ਬਜ਼ੁਰਗ ਉਹਨਾਂ 'ਤੇ ਬੈਠਦੇ ਸੀ, ਨੌਜਵਾਨ ਉਹਨਾਂ ਦੇ ਕੋਲ ਜਾ ਕੇ ਬੈਠਦੇ ਸੀ। ਉੱਥੇ ਵਿਰਾਸਤ ਦੀਆਂ ਗੱਲਾਂ ਹੁੰਦੀਆਂ ਸੀ, ਉੱਥੇ ਸਮਾਜਿਕ ਅਸੂਲਾਂ ਦੀਆਂ ਗੱਲਾਂ ਹੁੰਦੀਆਂ ਸੀ, ਉੱਥੇ ਸਰਗਰਮੀਆਂ, ਰਾਜਨੀਤੀ, ਹਰ ਕਿਸੇ ਦੀ ਗੱਲਬਾਤ ਹੁੰਦੀ ਸੀ। ਸੋ ਕਈ ਪਿੰਡਾਂ ਵਿੱਚ ਖੁੰਡ ਹੁੰਦੇ ਸਨ, ਲੋਕ ਖੁੰਡਾਂ 'ਤੇ ਬੈਠਦੇ ਸਨ। ਸੋ ਕਈ ਪਿੰਡਾਂ ਦੇ ਵਿੱਚ ਜਿੱਥੇ ਗਲੀਆਂ ਦੇ ਮੋੜ ਹੁੰਦੇ ਸਨ, ਲੋਕ ਉੱਥੇ ਬੈਠਦੇ ਸਨ। ਅਤੇ ਲੇਕਿਨ ਇਹ ਸਾਰੀਆਂ ਚੀਜ਼ਾਂ ਸੱਥ ਕਹਿਲਾਉਂਦੀਆਂ ਸਨ। ਅਤੇ ਕਈ ਪਿੰਡਾਂ ਦੇ ਵਿੱਚ ਬਰੋਟੇ, ਪਿੱਪਲ ਹੁੰਦੇ ਸਨ ਅਤੇ ਉਹਨਾਂ ਦੇ ਹੇਠਾਂ ਚੌਤਰੇ ਬਣੇ ਹੁੰਦੇ ਸਨ। ਉਹਨਾਂ ਚੌਂਤਰਿਆਂ ਦੇ ਉੱਪਰ ਬੈਠ ਕੇ ਲੋਕ ਗੱਲਾਂ ਕਰਦੇ ਸਨ। ਉਦੋਂ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ, ਉਦੋਂ ਜਿਹੜੇ ਮੌਜੂਦਾ ਸੰਚਾਰ ਸਾਧਨ ਨੇ ਇਹ ਨਹੀਂ ਸੀ ਹੁੰਦੇ। ਸੋ ਦੋਸਤੋ, ਤੁਸੀਂ ਹੁਣ ਇਸ ਚੈਨਲ ਨੂੰ ਜਾਂ ਜਿਹੜਾ ਹੁਣ ਇਹ ਯਤਨ ਕੀਤੇ ਜਾ ਰਹੇ ਨੇ, ਤਾਂ ਤੁਸੀਂ ਇਹਨੂੰ ਦੂਰ ਸੰਚਾਰ ਸੱਥ ਮੰਨ ਸਕਦੇ ਹੋ ਅਤੇ ਜਾਂ ਵਿਸ਼ਵ ਭਰ ਦੇ ਵਿੱਚ ਕਿਸ ਤਰ੍ਹਾਂ ਦੀ ਸੱਥ ਮੰਨ ਸਕਦੇ ਹੋ। ਅਤੇ ਜਿਹਦੇ ਇਸ ਜਿਹੜਾ ਮੀਡੀਆ ਹੈ, ਇਹਦੇ ਰਾਹੀਂ ਆਪਾਂ ਇੱਕ ਦੂਸਰੇ ਨਾਲ ਸਾਂਝ ਪਾ ਸਕਦੇ ਹਾਂ। ਸੋ ਦੋਸਤੋ, ਅੱਜ ਫਿਰ ਆਪਾਂ ਉਹਨਾਂ ਦੋਸਤਾਂ ਦਾ ਧੰਨਵਾਦ ਕਰਦੇ ਹਾਂ ਅਤੇ ਜਿਨ੍ਹਾਂ ਨੇ ਇਸ ਚੈਨਲ ਲਈ ਸ਼ੁਭ ਇਛਾਵਾਂ ਭੇਜੀਆਂ ਨੇ ਜਾਂ ਆਪਣੀਆਂ ਦੁਆਵਾਂ ਜਾਂ ਸਹਿਯੋਗ ਭੇਜਿਆ ਹੈ। ਸਾਡੇ ਕੈਨੇਡਾ ਤੋਂ ਬਹੁਤ ਸਾਰੇ ਦੋਸਤ ਮਿੱਤਰ ਨੇ ਜਾਂ ਕਹਿ ਲਓ ਸਾਹਿਤਕਾਰ ਨੇ ਜਿਨ੍ਹਾਂ ਨੇ ਸਾਨੂੰ ਆਪਣੀਆਂ ਸ਼ੁਭ ਇਛਾਵਾਂ ਭੇਜੀਆਂ ਨੇ ਅਤੇ ਮੈਂ ਕੁਛ ਨਾਂ ਲੈਣੇ ਚਾਹਾਂਗਾ। ਸਾਡੇ ਬਹੁਤ ਹੀ ਅੱਛੇ ਪੋਇਟ ਹਨ, ਕਵੀ ਹਨ, ਸੰਪਾਦਕ ਹਨ, ਗੁਰਦੇਵ ਚੌਹਾਨ ਜੀ, ਅਤੇ ਉਹਨਾਂ ਨੇ ਸਾਨੂੰ ਆਸ਼ੀਰਵਾਦ ਭੇਜਿਆ ਹੈ। ਇਸੇ ਤਰ੍ਹਾਂ ਸਾਡੇ ਆਲੋਚਕ ਜਿਨ੍ਹਾਂ ਦਾ ਨਾਂ ਕਾਫੀ ਹੈ ਇੱਥੇ ਕੈਨੇਡੀਅਨ ਸਾਹਿਤ ਦੇ ਵਿੱਚ, ਡਾਕਟਰ ਅਰਵਿੰਦਰ ਕੌਰ, ਉਹਨਾਂ ਨੇ ਵੀ ਨਾਂ ਭੇਜਿਆ ਹੈ। ਸਾਡੇ ਨਾਮਵਰ ਲੇਖਕਾ ਸ਼੍ਰੀਮਤੀ ਬਲਬੀਰ ਕੌਰ ਸੰਘੇੜਾ ਜੀ, ਕਾਫੀ ਸਾਰੀਆਂ ਪੁਸਤਕਾਂ ਦੇ ਲੇਖਕ ਹਨ, ਉਹਨਾਂ ਨੇ ਵੀ ਸਾਨੂੰ ਆਪਣਾ ਜਿਹੜਾ ਸੰਦੇਸ਼ ਆ ਉਹ ਭੇਜਿਆ ਹੈ। ਸੋ ਇਸੇ ਪ੍ਰਕਾਰ ਸਰਦਾਰ ਅਮਰ ਸਿੰਘ ਢੀਂਡਸਾ, ਮਨਜੀਤ ਸਿੰਘ ਉਹਨਾਂ ਨੇ ਪਹਿਲਾਂ 3 ਮੂਵੀਆਂ ਬਣਾਈਆਂ ਹਨ ਅਤੇ ਜਿਨ੍ਹਾਂ ਦੇ ਵਿੱਚ ਕਹਾਣੀ ਹੈ ਜਿਹੜੀ ਉਹ ਮੇਰੀ ਸੀ। ਉਹਨਾਂ ਨੇ ਵੀ ਆਪਣਾ ਸੰਦੇਸ਼ ਭੇਜਿਆ ਹੈ। ਜਸਵਿੰਦਰ ਸਿੰਘ ਬਰਾੜ, ਸੁਖਦੇਵ ਸਿੰਘ ਸਮਰਾ ਅਤੇ ਸਾਡੇ ਕਹਾਣੀਕਾਰਾ ਗੁਰਮੀਤ ਕੌਰ ਪਨਾਗ, ਤੋਂ ਇਹਨਾਂ ਨੇ ਸਾਨੂੰ ਸੰਦੇਸ਼ ਭੇਜੇ ਨੇ। ਸੋ ਇਸੇ ਤਰ੍ਹਾਂ ਇੱਕ ਵਿਲੱਖਣ ਲੇਖਣੀ ਲਿਖਣ ਵਾਲੇ ਉਹਨਾਂ ਦਾ ਨਾਂ ਹੈ ਹਰਜੀਤ ਦਿਓਲ। ਸੋ ਉਹਨਾਂ ਨੇ ਵੀ ਸਾਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਗੱਲ ਕੀਤੀ ਹੈ। ਸੋ ਮੈਂ ਕੈਨੇਡਾ ਤੋਂ ਇਹਨਾਂ ਸਾਰੇ ਦੋਸਤਾਂ ਦਾ ਧੰਨਵਾਦ ਕਰਦਾ ਹਾਂ। ਸੋ ਜਦੋਂ ਭਾਰਤ ਦੀ ਗੱਲ ਚੱਲਦੀ ਹੈ, ਭਾਰਤ ਦੇ ਵਿੱਚ ਵੀ ਸਾਡੇ ਬਹੁਤ ਅੱਛੇ ਦੋਸਤ ਕਹਿ ਲਓ ਜਾਂ ਸਾਡੇ ਦਰਸ਼ਕ ਕਹਿ ਲਓ ਜਾਂ ਫੇਸਬੁੱਕ ਨਾਲ ਸਾਡੇ ਜੋ ਜੁੜੇ ਹੋਏ ਨੇ, ਸਾਡੇ ਜਿਹੜੇ ਅਸੀਂ ਜਿੰਨੀਆਂ ਯਾਤਰਾਵਾਂ ਕਰਦੇ ਹਾਂ ਉਹਨਾਂ ਨਾਲ ਜੁੜੇ ਹੋਏ ਨੇ। ਉਹਨਾਂ ਵਿੱਚੋਂ ਇੱਕ ਨਾਂ ਹੈ ਰਜਨੀਸ਼ ਜਸ ਜੀ। ਰਜਨੀਸ਼ ਜਸ ਆਪ ਵੀ ਬਹੁਤ ਵਧੀਆ ਲਿਖਦੇ ਨੇ ਅਤੇ ਪਿੱਛੇ ਜੇ ਉਹਨਾਂ ਦੀ ਕਿਤਾਬ ਆਈ ਹੈ ਅਣਜਾਣ ਟਾਪੂ, ਆਪਾਂ ਅੱਗੇ ਚੱਲ ਕੇ ਉਸ ਕਿਤਾਬ ਦੀ ਤੁਹਾਨੂੰ ਜਾਣਕਾਰੀ ਵੀ ਦੇਵਾਂਗੇ। ਸੋ ਆਪ ਬੜੇ ਸਫ਼ਰ ਦੇ ਸ਼ੌਕੀਨ ਨੇ ਜਾਂ ਕਹਿ ਲਓ ਯਾਤਰਾਵਾਂ ਦੇ ਸ਼ੌਕੀਨ ਨੇ, ਯਾਤਰਾਵਾਂ ਕਰਦੇ ਰਹਿੰਦੇ ਨੇ। ਸੋ ਉਹਨਾਂ ਨੇ ਵੀ ਸਾਨੂੰ ਜਿਹੜਾ ਹੈ ਉਹ ਵਧਾਈ ਸੰਦੇਸ਼ ਭੇਜਿਆ ਹੈ। ਸੋ ਇਸੇ ਪ੍ਰਕਾਰ ਹੋਰ ਕਾਫੀ ਨਾਮ ਸਾਡੇ ਤੱਕ ਪਹੁੰਚੇ ਨੇ ਜਿਨ੍ਹਾਂ ਦੇ ਵਿੱਚ ਸਾਡੇ ਨਾਮਵਰ ਲੇਖਕ ਹਨ। ਗੁਰਮੀਤ ਪਲਾਹੀ ਜੀ, ਉਹਨਾਂ ਨੇ ਸਾਨੂੰ ਸੰਦੇਸ਼ ਭੇਜਿਆ ਹੈ। ਇੰਗਲੈਂਡ ਤੋਂ ਰਾਜਪ੍ਰੀਤ ਧਾਲੀਵਾਲ, ਐਡਮਿੰਟਨ ਤੋਂ ਰਮਨ ਸਰਾਂ ਅਤੇ ਵੈਨਕੂਵਰ ਤੋਂ ਭੁਪਿੰਦਰ ਮੱਲੀ ਜੀ ਅਤੇ ਕੈਲਗਰੀ ਤੋਂ ਦਵਿੰਦਰ ਮਲਹਾਂਸ। ਸੋ ਇਹਨਾਂ ਸਾਰੇ ਦੋਸਤਾਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਚੈਨਲ ਨੂੰ ਸਹਿਯੋਗ ਦੇਣ ਦੀ ਗੱਲ ਕੀਤੀ ਹੈ, ਵਧਾਈ ਸੰਦੇਸ਼ ਭੇਜੇ ਹਨ ਜਾਂ ਸਾਨੂੰ ਆਪਣੀਆਂ ਸ਼ੁਭ ਕਾਮਨਾਵਾਂ ਭੇਜੀਆਂ ਹਨ। ਸੋ ਦੋਸਤੋ, ਇਸੇ ਤਰ੍ਹਾਂ ਸਾਡੇ ਇੱਕ ਇੱਥੋਂ ਦਾ ਜੰਮਿਆ ਪਲਿਆ ਬੱਚਾ, ਅੱਜ ਕੱਲ੍ਹ ਵੈਸੇ ਬੱਚਾ ਨਹੀਂ ਕਹਿ ਸਕਦੇ, ਜਵਾਨ ਹੈ ਅਤੇ ਬੜਾ ਅੱਛਾ ਗਾਉਂਦਾ ਵੀ ਹੈ ਅਤੇ ਉਸ ਨਾਲ ਸਾਡਾ ਨਿੱਘੀ ਸਾਂਝ ਹੈ। ਤਾਂ ਉਸਨੇ ਸਾਨੂੰ ਕੁਛ ਸੁਝਾਅ ਦਿੱਤੇ ਹਨ ਨਾਮ ਬਾਰੇ ਅਤੇ ਉਹਨਾਂ ਨੇ ਇੱਕ ਸੁਝਾਅ ਦਿੱਤਾ ਹੈ ਕਿ ਹਾਲ ਦੀ ਘੜੀ ਇਹਦੇ ਵਿੱਚ ਕੋਈ ਨਾ ਕੋਈ ਜਿਹੜਾ ਹੈ ਉਹ ਹੋਣਾ ਚਾਹੀਦਾ ਸੈਗਮੈਂਟ। ਹਾਲ ਦੀ ਘੜੀ ਤੋਂ ਮਤਲਬ ਹੈ ਕਰੰਟ, ਮੌਜੂਦਾ
ਤੇ ਅਸੀਂ ਉਸ ਤੇ ਗੱਲ ਜ਼ਰੂਰ ਕਰਾਂਗੇ। ਤੇ ਵਿਪ ਜੀ ਦਾ ਮੈਂ ਧੰਨਵਾਦ ਹਾਂ, ਵਿਪ ਗਰੇਵਾਲ ਹੈ ਉਹਨਾਂ ਦਾ ਨਾਂ। ਉਹਨਾਂ ਨੂੰ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਜਿਹੜੀਆਂ ਇੱਥੇ ਦੇ ਕੈਨੇਡਾ ਦੇ ਨੌਜਵਾਨਾਂ ਦੀਆਂ ਸਮੱਸਿਆਵਾਂ ਨੇ, ਜਾਂ ਉਹ ਕਿਸ ਤਰ੍ਹਾਂ ਸੋਚਦੇ ਨੇ, ਪਹਿਲੀ ਪੀੜ੍ਹੀ ਬਾਰੇ ਕਿਸ ਤਰ੍ਹਾਂ ਸੋਚਦੇ ਨੇ, ਜਾਂ ਜਿਹੜਾ ਮੌਜੂਦਾ ਕਿਸਾਨ ਸੰਘਰਸ਼ ਹੈ ਜਿਹਦੇ ਵਿੱਚ ਉਹਨਾਂ ਨੇ ਬੜੀ ਦਿਲਚਸਪੀ ਦਿਖਾਈ, ਇੱਥੋਂ ਦੇ ਨੌਜਵਾਨਾਂ ਨੇ ਕਿਉਂ ਦਿਲਚਸਪੀ ਲੈ ਰਹੇ ਨੇ, ਇਹ ਆਪਾਂ ਵਿਪ ਗਰੇਵਾਲ ਜੀ ਨਾਲ ਆਉਂਦੇ ਐਪੀਸੋਡ ਵਿੱਚ ਕਿਸੇ 'ਚ ਗੱਲ ਕਰਾਂਗੇ ਜ਼ਰੂਰ। ਤੋਂ ਮੈਂ ਵਿਪ ਗਰੇਵਾਲ ਦਾ ਧੰਨਵਾਦ ਕਰਦਾ ਹਾਂ ਅਤੇ ਉਹਨਾਂ ਦਾ ਸੁਝਾਅ ਹੈ ਜਿਹੜਾ ਸਿਰ ਮੱਥੇ। ਸੋ ਇਸੇ ਪ੍ਰਕਾਰ ਹਰਜੋਤ ਗਾਬਰੀਆ ਕੀਨੀਆ ਦੇ ਵਿੱਚ ਜੰਮੇ ਪਲੇ ਨੇ। ਪੰਜਾਬੀ ਭਾਵੇਂ ਉਹ ਪੜ੍ਹ ਨਹੀਂ ਸਕਦੇ ਲੇਕਿਨ ਬੋਲ ਲੈਂਦੇ ਨੇ। ਉਹਨਾਂ ਨੇ ਚੈਨਲ ਨੂੰ ਪਸੰਦ ਕੀਤਾ ਹੈ, ਉਹਨਾਂ ਨੇ ਜਿਹੜੀ ਗੱਲਬਾਤ ਆਪਾਂ ਕੀਤੀ ਸੀ ਉਸ ਨੂੰ ਪਸੰਦ ਕੀਤਾ ਹੈ, ਅਤੇ ਉਹਨਾਂ ਨੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਗੱਲ ਕੀਤੀ ਹੈ। ਸੋ ਮੈਂ ਗਾਬਰੀਆ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ। ਸੋ ਦੋਸਤੋ, ਪਿਛਲੇ ਦਿਨਾਂ ਦੇ ਵਿੱਚ ਕੁਛ ਕਿਤਾਬਾਂ ਅਤੇ ਕੁਛ ਮੈਗਜ਼ੀਨ ਮੇਰੇ ਤੱਕ ਪਹੁੰਚੇ ਨੇ, ਸਾਡੇ ਚੈਨਲ ਤੱਕ ਪਹੁੰਚੇ ਨੇ, ਅਤੇ ਉਹਨਾਂ ਦੀ ਜਾਣਕਾਰੀ ਮੈਂ ਤੁਹਾਨੂੰ ਦੇ ਰਿਹਾ ਹਾਂ ਤਾਂ ਕਿ ਜਿਹੜੇ ਦੂਰ ਦੁਰੇਡੇ ਦਰਸ਼ਕ ਰਹਿੰਦੇ ਨੇ ਜਰਮਨੀ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਸਾਡੇ ਪੰਜਾਬੀ ਫੇਸਬੁੱਕ ਨਾਲ ਜੁੜੇ ਹੋਏ ਨੇ, ਸੋ ਉਹਨਾਂ ਕੋਲ ਬਹੁਤ ਸਾਰੇ ਮੈਗਜ਼ੀਨ ਨੇ ਜਿਹੜੇ ਉਹ ਨਹੀਂ ਪਹੁੰਚਦੇ, ਅਤੇ ਉਹ ਜਾਣਨਾ ਚਾਹੁੰਦੇ ਨੇ ਕਿ ਕਿਸ ਤਰ੍ਹਾਂ ਦੇ ਮੈਗਜ਼ੀਨ ਨੇ ਜਿਹੜੇ ਪੰਜਾਬੀ ਦੇ ਵਿੱਚ ਨਿਕਲ ਰਹੇ ਨੇ ਅਤੇ ਕੀ ਉਹਨਾਂ ਦੇ ਵਿੱਚ ਆ ਰਿਹਾ ਹੈ। ਸੋ ਜਨਵਰੀ ਦੇ ਵਿੱਚ ਸਾਡੇ ਕੋਲ ਜਿਹੜਾ ਮੈਗਜ਼ੀਨ ਪਹੁੰਚਿਆ ਹੈ ਤਾਂ ਉਹ ਮੈਂ ਤੁਹਾਨੂੰ ਦਿਖਾ ਰਿਹਾ ਹਾਂ, ਉਹ ਹੈ ਸ਼ਬਦ ਮੈਗਜ਼ੀਨ। ਸ਼ਬਦ ਮੈਗਜ਼ੀਨ ਲੰਬੇ ਅਰਸੇ ਤੋਂ ਜਲੰਧਰ ਸ਼ਹਿਰ ਤੋਂ ਨਿਕਲਦਾ ਹੈ ਅਤੇ ਇਸ ਦੇ ਸੰਪਾਦਕ ਹਨ ਕਹਾਣੀਕਾਰ ਜਿੰਦਰ, ਅਤੇ ਹਰਜੀਤ ਅਟਵਾਲ ਜੀ ਅਤੇ ਜਿੰਦਰ ਜੀ ਉਹ ਇਹਨੂੰ ਕੱਢ ਰਹੇ ਨੇ। ਸੋ ਇਸ ਵਾਰ ਦਾ ਜਿਹੜਾ ਅੰਕ ਹੈ ਉਹ ਹੈ ਮੈਂ ਅਤੇ ਮੇਰਾ ਸਮਾਂ, ਇਹ ਵਿਸ਼ੇਸ਼ ਅੰਕ ਹੈ। ਸੋ ਇਸ ਦੇ ਵਿੱਚ ਬਹੁਤ ਸਾਰੇ ਲੇਖ ਛਪੇ ਨੇ, ਇਹਦੇ ਵਿੱਚ ਇੱਕ ਮੇਰੀ ਵੀ ਕਹਾਣੀ ਹੈ, ਸਾਰੇ ਹੀ ਆਰਟੀਕਲ ਪੜ੍ਹਨ ਵਾਲੇ ਹਨ। ਸੋ ਦੋਸਤੋ, ਸ਼ਬਦ ਮੈਗਜ਼ੀਨ ਹੈ, ਜਲੰਧਰ ਤੋਂ ਨਿਕਲਦਾ ਹੈ। ਤੁਹਾਨੂੰ ਇਸ ਦੀ ਕੋਈ ਹੋਰ ਜਾਣਕਾਰੀ ਚਾਹੀਦੀ ਹੋਈ ਉਹ ਤੁਸੀਂ ਮੇਰੇ ਨਾਲ ਗੱਲ ਕਰਕੇ ਲੈ ਸਕਦੇ ਹੋ। ਸੋ ਮੈਂ ਧੰਨਵਾਦ ਕਰਦਾ ਹਾਂ ਜਿੰਦਰ ਜੀ ਦਾ, ਤੇ ਜਿਨ੍ਹਾਂ ਨੇ ਮੈਗਜ਼ੀਨ ਸਾਡੇ ਤੱਕ ਪਹੁੰਚਾਇਆ। ਸੋ ਇਸੇ ਪ੍ਰਕਾਰ ਜਿਹੜੀ ਆਪਾਂ ਗੱਲ ਕੀਤੀ ਸੀ ਜਿਹੜੀਆਂ ਨਵੀਆਂ ਆਈਆਂ ਕਿਤਾਬਾਂ ਨੇ, ਉਹਦੇ ਵਿੱਚ ਰਜਨੀਸ਼ ਜਸ ਜੀ ਦੀ ਕਿਤਾਬ ਹੈ ਅਣਜਾਣ ਟਾਪੂ, ਤੋਂ ਉਹ ਵੀ ਮੈਂ ਤੁਹਾਨੂੰ ਦਿਖਾ ਰਿਹਾ ਹਾਂ। ਤੋਂ ਇਹ ਹੈ ਕਿਤਾਬ ਰਜਨੀਸ਼ ਜਸ ਜੀ ਦੀ, ਤੋਂ ਆਹ ਉਸਦਾ ਬੈਕ ਕਵਰ ਹੈ। ਸੋ ਇਸ ਕਿਤਾਬ ਦੇ ਵਿੱਚ ਦੋਸਤੋ 28 ਦੇ ਕਰੀਬ ਕਹਾਣੀਆਂ ਹਨ। ਰਜਨੀਸ਼ ਜਸ ਜੀ ਦੀ ਇਹ ਪਹਿਲੀ ਕਿਤਾਬ ਹੈ। ਉਹਨਾਂ ਦੇ ਪਿਤਾ ਜੀ ਗੁਰਬਖਸ਼ ਜਸ ਬਹੁਤ ਅੱਛੇ ਲੇਖਕ ਸਨ। ਕਲਾ ਅਤੇ ਰਾਜਨੀਤੀ ਉਹਨਾਂ ਦੀ ਕਾਫੀ ਮਸ਼ਹੂਰ ਕਿਤਾਬ ਹੈ, ਅਤੇ ਹੋਰ ਵੀ ਉਹਨਾਂ ਨੇ ਕਾਫੀ ਲਿਖਿਆ, ਲੇਕਿਨ ਰਜਨੀਸ਼ ਜਸ ਆਪ ਬਹੁਤ ਵਧੀਆ ਲੇਖਕ ਬਣੇ ਨੇ, ਅਤੇ ਆਪਣੇ ਪਿਤਾ ਜੀ ਦੀਆਂ ਜਿਹੜੇ ਪੈੜ ਚਿੰਨ੍ਹ ਨੇ ਉਹਨਾਂ 'ਤੇ ਚੱਲਦੇ ਹੋਏ, ਉਹਨਾਂ ਦੀਆਂ ਕਦਮਾਂ 'ਤੇ, ਉਹਨਾਂ ਦੇ ਦਰਸਾਏ ਰਾਹਾਂ 'ਤੇ ਚੱਲਦੇ ਹੋਏ ਉਹ ਲੇਖਣੀ ਵੱਲ ਆਏ ਨੇ। ਅਤੇ ਇਸੇ ਪ੍ਰਕਾਰ ਉਹਨਾਂ ਨੂੰ ਯਾਤਰਾਵਾਂ ਦਾ ਬੜਾ ਸ਼ੌਂਕ ਹੈ। ਸੋ ਯਾਤਰਾਵਾਂ ਉਹ ਕਰਦੇ ਨੇ, ਅਤੇ ਉਹਨਾਂ ਦਾ ਜਿਹੜਾ ਵੇਰਵਾ ਉਹ ਸੋਸ਼ਲ ਮੀਡੀਆ ਰਾਹੀਂ ਦਿੰਦੇ ਰਹਿੰਦੇ ਨੇ। ਸੋ ਇਹ ਕਿਤਾਬ ਦੋਸਤੋ ਮੈਂ ਪੜ੍ਹ ਚੁੱਕਿਆ ਹਾਂ, ਮੇਰੀ ਇਹ ਸਾਲ ਦੀ ਪਹਿਲੀ ਕਿਤਾਬ ਹੈ। ਸੋ ਇਸ ਕਿਤਾਬ ਦੇ ਵਿੱਚ ਮੈਂ ਤੁਹਾਨੂੰ ਮੈਂ ਦੱਸਿਆ 28 ਕਹਾਣੀਆਂ ਨੇ, ਕਈ ਕਹਾਣੀਆਂ ਛੋਟੀਆਂ ਨੇ, ਕਈ ਥੋੜ੍ਹੀਆਂ ਜਿਹੀਆਂ ਲੰਬੀਆਂ ਨੇ। ਭਾਵੇਂ ਉਹਨਾਂ ਦੀ ਮੁੱਢਲੀ ਕਿਤਾਬ ਹੈ, ਪਰ ਜਿਹੜੀ ਮੈਨੂੰ ਇਸ ਕਿਤਾਬ ਦੇ ਵਿੱਚ ਚੰਗੀ ਚੀਜ਼ ਲੱਗੀ, ਇੱਕ ਤਾਂ ਜਿਹੜੀ ਕਿਤਾਬ ਦੀ ਸ਼ੈਲੀ ਹੈ, ਲਿਖਣ ਸ਼ੈਲੀ, ਤੋਂ ਭਾਸ਼ਾ ਜਿਹੜੀ ਹੈ ਬੜੀ ਸੁਭਾਵਿਕ ਹੈ ਕਹਾਣੀਆਂ ਦੇ ਵਿੱਚ, ਔਰ ਵਿਲੱਖਣ ਕਿਸਮ ਦੀ ਹੈ। ਤਾਂ ਦੂਸਰੀ ਗੱਲ ਜਿਹੜੀ ਮੈਨੂੰ ਚੰਗੀ ਲੱਗੀ ਉਹ ਹੈ ਵਿਸ਼ਾ ਵਸਤੂ, ਅਤੇ ਰਜਨੀਸ਼ ਜੀ ਨੇ ਉਹ ਵਿਸ਼ੇ ਲਏ ਨੇ ਅਤੇ ਜਿਹੜੇ ਪਹਿਲਾਂ ਕਦੇ ਸਾਨੂੰ ਕਹਾਣੀਆਂ 'ਚ ਨਹੀਂ ਪੜ੍ਹਨ ਨੂੰ ਮਿਲੇ, ਤਾਂ ਬੜੇ ਸੁਭਾਵਿਕ ਵਿਸ਼ੇ ਨੇ ਅਤੇ ਪੜ੍ਹਨ ਵਾਲੀ ਕਿਤਾਬ ਹੈ। ਸੋ ਮੈਂ ਦੋਸਤਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੀ ਇਹ ਕਿਤਾਬ ਹੈ, ਇੱਕ ਵਾਰੀ ਫੇਰ ਇਸ ਦਾ ਟਾਈਟਲ ਦੇਖ ਲਓ, ਅਣਜਾਣ ਟਾਪੂ। ਸੋ ਇਹ ਕਿਤਾਬ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੋਂ ਵੀ ਕਿਤੇ ਮਿਲੇ, ਮੈਂ ਤੁਹਾਨੂੰ ਇਹਦਾ ਪ੍ਰਕਾਸ਼ਕ ਵੀ ਦੱਸ ਦਿੰਦਾ ਹਾਂ ਕੌਣ ਹੈ। ਇਹ ਸਪਤਰਿਸ਼ੀ ਪਬਲੀਕੇਸ਼ਨ ਵੱਲੋਂ ਛਾਪੀ ਗਈ ਹੈ ਕਿਤਾਬ। ਸੋ ਇਸ ਕਿਤਾਬ ਨੂੰ ਤੁਸੀਂ ਜ਼ਰੂਰ ਪੜ੍ਹਨਾ। ਸੋ ਦੋਸਤੋ, ਕੁਛ ਕਿਤਾਬਾਂ ਹੋਰ ਮੇਰੇ ਕੋਲੇ ਆਈਆਂ ਨੇ, ਸੋ ਜਿਨ੍ਹਾਂ ਦੇ ਵਿੱਚ ਇੱਕ ਕਿਤਾਬ ਆਉਣ ਵਾਲੇ ਦਿਨਾਂ ਦੇ ਵਿੱਚ ਆ ਰਹੀ ਹੈ, ਅਤੇ ਇਹ ਕਿਤਾਬ ਬਿਲਕੁਲ ਤਹਿਲਕਾ ਮਚਾਏਗੀ ਸਾਡੇ ਪੰਜਾਬੀ ਲਿਟਰੇਚਰ ਦੇ ਵਿੱਚ। ਇਹ ਕਿਤਾਬ ਮੂਲ ਰੂਪ ਦੇ ਵਿੱਚ ਇੰਗਲਿਸ਼ ਦੇ ਵਿੱਚ ਲਿਖੀ ਗਈ ਹੈ, ਅਤੇ ਕਿਤਾਬ ਦੇ ਲੇਖਕ ਹਨ ਪ੍ਰਸਿੱਧ ਨਾਮਵਰ ਪੱਤਰਕਾਰ ਰਵੀਸ਼ ਕੁਮਾਰ, ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, NDTV 'ਤੇ ਉਹਨਾਂ ਦੀਆਂ ਤੁਸੀਂ ਗੱਲਾਂ ਬਾਤਾਂ ਸੁਣਦੇ ਰਹਿੰਦੇ ਹੋ, ਉਹਨਾਂ ਦੀ ਕਵਰੇਜ ਦੇਖਦੇ ਰਹਿੰਦੇ ਹੋ। ਸੋ ਰਜਨੀਸ਼ ਜਸ ਜੀ ਦੀ ਨਹੀਂ, ਅਤੇ ਹੁਣ ਆਪਾਂ ਗੱਲ ਕਰ ਰਹੇ ਹਾਂ ਰਵੀਸ਼ ਕੁਮਾਰ ਦੀ। ਰਵੀਸ਼ ਕੁਮਾਰ ਦੀ ਜਿਹੜੀ ਕਿਤਾਬ ਹੈ ਉਸਦਾ ਨਾਂ ਹੈ ਬੋਲ ਬੰਦਿਆ। ਸੋ ਬੋਲ ਬੰਦਿਆ ਕਿਤਾਬ ਜਿਹੜੀ ਹੈ ਇਹ ਮੂਲ ਰੂਪ ਦੇ ਵਿੱਚ ਇੰਗਲਿਸ਼ ਦੇ ਵਿੱਚ ਸੀ। ਸੋ ਜਿਹਨੂੰ ਵਿਰਾਸਤ ਫਾਊਂਡੇਸ਼ਨ ਨੇ ਅਤੇ ਹੋਰ ਜਿਹੜੀਆਂ ਸਹਿਯੋਗੀ ਸੰਸਥਾਵਾਂ ਨੇ
ਤਾਂ ਉਹਨਾਂ ਨੇ ਯਤਨ ਕਰਕੇ ਦਲਜੀਤ ਅਮੀ ਜੀ ਰਾਹੀਂ ਤੇ ਇਸ ਦਾ ਜਿਹੜਾ ਪੰਜਾਬੀ ਅਨੁਵਾਦ ਕਰਵਾਇਆ ਹੈ। ਤਾਂ ਕਿਤਾਬ ਪ੍ਰੈਸ ਦੇ ਵਿੱਚ ਹੈ, ਬੜੀ ਜਲਦੀ ਤੁਹਾਡੇ ਤੱਕ ਆ ਜਾਵੇਗੀ ਤੇ ਸਨਸਨੀਖੇਜ਼ ਖੁਲਾਸੇ ਤੇ ਇੱਕ ਤਹਿਲਕਾ ਮਚਾਉਣ ਵਾਲੀ ਕਿਤਾਬ। ਸੋ ਇਹ ਤੁਹਾਨੂੰ ਆਉਣ ਵਾਲੇ ਦਿਨਾਂ ਨੂੰ ਪੜ੍ਹਨ ਨੂੰ ਮਿਲੇਗੀ। ਸੋ ਭੁਪਿੰਦਰ ਮੱਲੀ ਜੀ ਨੇ ਸਾਨੂੰ ਇਸ ਕਿਤਾਬ ਦਾ ਜਿਹੜਾ ਕੰਪਿਊਟਰੀ ਰੂਪ ਆ ਉਹ ਭੇਜਿਆ ਹੈ ਤੇ ਅਸੀਂ ਇਸ ਦੀ ਉਡੀਕ ਕਰਦੇ ਹਾਂ, ਤੇ ਲੇਕਿਨ ਜਾਣਕਾਰੀ ਅਸੀਂ ਪਾਠਕਾਂ ਤੱਕ ਜ਼ਰੂਰ ਪਹੁੰਚਾ ਦਿੰਦੇ ਹਾਂ। ਤੇ ਜੇ ਤੁਹਾਨੂੰ ਇਹ ਕਿਤਾਬ ਚਾਹੀਦੀ ਹੋਈ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਮੈਂ ਤੁਹਾਡਾ ਸੰਪਰਕ ਹੈ ਜਿਹੜਾ ਉਹ ਭੁਪਿੰਦਰ ਮੱਲੀ ਜੀ ਤੱਕ ਪਹੁੰਚਾ ਸਕਦਾ ਹਾਂ। ਤੇ ਤਦਬੀਰ ਪਬਲੀਕੇਸ਼ਨ ਵੱਲੋਂ ਇਹ ਕਿਤਾਬ ਛਾਪੀ ਜਾ ਰਹੀ ਹੈ ਤੇ ਜੇ ਤੁਹਾਨੂੰ ਕਿਤੋਂ ਉਹਨਾਂ ਦਾ ਨੰਬਰ ਮਿਲਦਾ ਹੈ ਤਾਂ ਤੁਸੀਂ ਉਹਨਾਂ ਨੂੰ ਵੀ ਸੰਪਰਕ ਕਰਕੇ ਇਹ ਜਿਹੜੀ ਕਿਤਾਬ ਹੈ ਉਹ ਮੰਗਵਾ ਸਕਦੇ ਹੋ। ਸੋ ਦੋਸਤੋ, ਆਪਾਂ ਗੱਲ ਕੀਤੀ ਸੀ, ਸੋ ਜਿਨ੍ਹਾਂ ਨੇ ਸਾਨੂੰ ਵੈਲ ਵਿਸ਼ੇਸ ਭੇਜੀਆਂ, ਸ਼ੁਭ ਕਾਮਨਾਵਾਂ ਭੇਜੀਆਂ, ਉਹਨਾਂ ਦੇ ਵਿੱਚ ਸਾਡੇ ਇੱਥੇ ਸਥਾਨਕ ਕਵੀ ਲੇਖਕ ਅਮਰ ਸਿੰਘ ਢੀਂਡਸਾ ਜੀ ਵੀ ਹਨ। ਸੋ ਅਮਰ ਸਿੰਘ ਢੀਂਡਸਾ ਜੀ ਨੇ ਸਾਨੂੰ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਉਹ ਕਵਿਤਾ ਤਾਂ ਲਿਖਦੇ ਹੀ ਸਨ, ਲੇਕਿਨ ਹੁਣ ਉਹਨਾਂ ਨੇ ਇੱਕ ਨਾਵਲ ਦੀ ਜਿਹੜੀ ਸ਼ੁਰੂਆਤ ਕੀਤੀ ਹੋਈ ਹੈ। ਸ਼ੁਰੂਆਤ ਨਹੀਂ, ਮੈਂ ਕਹਾਂਗਾ ਕਿ ਨਾਵਲ ਲਗਭਗ ਉਹਨਾਂ ਨੇ ਮੁਕੰਮਲ ਕਰ ਲਿਆ ਹੈ। ਸੋ ਇਹ ਜਿਹੜਾ ਨਾਵਲ ਹੈ ਇਹ ਕੋਵਿਡ-19 ਜਿਹੜਾ ਅੱਜ ਕੱਲ੍ਹ ਮਹਾਂਮਾਰੀ ਸਾਡੇ ਚੱਲ ਰਹੀ ਹੈ, ਤਾਂ ਉਸ ਦੇ ਵਿੱਚ ਸਾਡੇ ਰਿਸ਼ਤਿਆਂ 'ਚ ਕੀ ਤਬਦੀਲੀ ਆਈ, ਸਾਡੇ ਵਪਾਰ, ਸਾਡੇ ਕੰਮਕਾਜ, ਸਾਡੇ ਪਰਿਵਾਰਕ ਰਿਸ਼ਤੇ ਸਾਰੇ ਕਿਵੇਂ ਤਬਦੀਲ ਹੋਏ, ਤਾਂ ਇਹਦੇ ਬਾਰੇ ਨਾਵਲ ਵਿਆਖਿਆ ਕਰੇਗਾ। ਤਾਂ ਉਹ ਇਹਨਾਂ ਦਾ ਪਲੇਠਾ ਨਾਵਲ ਹੈ। ਤਾਂ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮੈਂ ਚੈਨਲ 'ਤੇ ਕਹਾਂ ਕਿ ਸਾਡੇ ਜਿਹੜੇ ਦਰਸ਼ਕ ਨੇ ਇਸ ਦੇ ਨਾਂ ਸੰਬੰਧੀ ਕੋਈ ਸੁਝਾਅ ਵੀ ਦੇਣ। ਤਾਂ ਮੈਂ ਢੀਂਡਸਾ ਸਾਹਿਬ ਤੁਹਾਨੂੰ ਇਹੋ ਹੀ ਕਹਾਂਗਾ ਕਿ ਨਾਂ ਜਿਹੜਾ ਹੈ ਉਹ ਤਾਂ ਪੜ੍ਹ ਕੇ ਹੀ ਦੱਸਿਆ ਜਾ ਸਕਦਾ ਹੈ, ਲੇਕਿਨ ਫਿਰ ਵੀ ਮੈਂ ਸਾਡੇ ਦਰਸ਼ਕਾਂ ਨੂੰ ਅਪੀਲ ਕਰੂੰਗਾ ਕਿ ਕੋਈ ਢੁਕਵਾਂ ਨਾ ਹੋਵੇ ਤਾਂ ਉਹ ਜ਼ਰੂਰ ਤੁਸੀਂ ਦੱਸ ਦਿਓ। ਅਤੇ ਕੋਈ ਵੀ ਜਿਹੜੀ ਆਪਾਂ ਗੱਲ ਕਰਦਾ ਹਾਂ ਜਾਂ ਮੈਂ ਤੁਹਾਨੂੰ ਰਿਸਪੌਂਸ ਲਈ ਗੱਲ ਕਰਦਾ ਹਾਂ, ਤੁਸੀਂ ਜਿਹੜਾ ਸਾਡਾ ਇਹ ਚੈਨਲ YouTube 'ਤੇ ਹੈ, ਜਿਹੜਾ ਸਾਡਾ ਪੋਡਕਾਸਟ ਹੈ, ਅਜੇ ਜਦੋਂ ਕਿਤੇ ਹੋਰ ਪਾਵਾਂਗੇ ਉਹ ਵੀ ਦੱਸਾਂਗੇ, ਜਾਂ ਫੇਸਬੁੱਕ 'ਤੇ ਹੈ ਜਾਂ WhatsApp 'ਤੇ ਹੈ, ਅਤੇ ਤੁਸੀਂ ਉਹਦੇ ਥੱਲੇ ਜਾ ਕੇ ਜਿਹੜੇ ਕਮੈਂਟ ਨੇ ਉਹ ਲਿਖ ਸਕਦੇ ਹੋ ਅਤੇ ਅਸੀਂ ਜਿਹੜੇ ਹੈਗੇ ਆ ਕਮੈਂਟ ਅੱਗੇ ਪਹੁੰਚਾ ਸਕਦੇ ਹਾਂ। ਸੋ ਦੋਸਤੋ, ਕੁਛ ਕਿਤਾਬਾਂ ਨਵੀਆਂ ਆਈਆਂ ਹਨ ਅਤੇ ਸਾਡੇ ਦਰਸ਼ਕ ਇਹ ਵੀ ਪੁੱਛਦੇ ਹਨ ਕਿ ਜੀ ਮਾਰਕੀਟ ਦੇ ਵਿੱਚ ਕਿਹੜੀਆਂ ਕਿਤਾਬਾਂ ਪੰਜਾਬੀ ਦੀਆਂ ਆ ਰਹੀਆਂ ਨੇ। ਤਾਂ ਭਾਵੇਂ ਹੁਣ ਤੁਹਾਡਾ ਇੰਡੀਆ ਨੂੰ ਗੇੜਾ ਨਹੀਂ ਲੱਗਦਾ, ਕਿਉਂਕਿ ਹਾਲਾਤ ਹੀ ਇਹੋ ਜਿਹੇ ਨੇ ਕਿ ਅਸੀਂ ਟਰੈਵਲ ਨਹੀਂ ਕਰ ਸਕਦੇ, ਫਲਾਈਟਾਂ ਬੰਦ ਨੇ ਜਾਂ ਕੁਆਰੰਟੀਨ ਕਰਨਾ ਪੈਂਦਾ ਹੈ, ਅਤੇ ਇਸ ਕਰਕੇ ਇਸ ਝਮੇਲੇ ਤੋਂ ਬਚਣ ਲਈ ਸੋ ਬਹੁਤ ਸਾਰੇ ਲੋਕਾਂ ਨੇ ਆਪਣੇ ਟਰੈਵਲ ਰੱਦ ਕੀਤੇ ਹੋਏ ਨੇ, ਵਿਆਹ ਸ਼ਾਦੀਆਂ ਅੱਗੇ ਪਾ ਦਿੱਤੇ ਗਏ ਨੇ, ਦਿਨ ਤਿਉਹਾਰਾਂ 'ਤੇ ਅਸੀਂ ਆਪਣੀ ਮਾਤ ਭੂਮੀ 'ਚ ਨਹੀਂ ਜਾ ਸਕਦੇ। ਲੇਕਿਨ ਦੋਸਤੋ, ਐਮਾਜੋਨ ਰਾਹੀਂ ਤੁਸੀਂ ਜਿਹੜੀਆਂ ਕਿਤਾਬਾਂ ਨੇ ਜਿਹੜੀਆਂ ਉਹ ਘਰ ਬੈਠੇ ਮੰਗਵਾ ਸਕਦੇ ਹੋ, ਜਾਂ ਤੁਸੀਂ ਕਿਸੇ ਵੀ ਪਬਲਿਸ਼ਰ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਕਿ ਕਿਤਾਬਾਂ ਕਿਵੇਂ ਤੁਹਾਡੇ ਤੱਕ ਪੁੱਜਦੀਆਂ ਕੀਤੀਆਂ ਜਾ ਸਕਦੀਆਂ ਨੇ। ਸੋ ਕਿਤਾਬਾਂ ਤੁਹਾਡੇ ਤੱਕ ਪਹੁੰਚਾਈਆਂ ਜਾ ਸਕਦੀਆਂ ਨੇ। ਆਪਾਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਪਬਲਿਸ਼ਰਜ਼ ਨਾਲ ਤੁਹਾਡੀ ਗੱਲਬਾਤ ਵੀ ਕਰਾਵਾਂਗੇ, ਜਾਣਕਾਰੀ ਵੀ ਦੇਵਾਂਗੇ ਕਿ ਕਿਤਾਬਾਂ ਤੁਹਾਡੇ ਤੱਕ ਕਿਵੇਂ ਪੁੱਜਦੀਆਂ ਕੀਤੀਆਂ ਜਾ ਸਕਦੀਆਂ ਨੇ। ਸੋ ਨਵੀਆਂ ਆਈਆਂ ਕਿਤਾਬਾਂ ਦੇ ਵਿੱਚ ਕਵਣ ਦੇਸ ਹੈ ਮੇਰਾ, ਨਛੱਤਰ ਜੀ ਸਾਡੇ ਬਹੁਤ ਅੱਛੇ ਨਾਵਲਕਾਰ ਨੇ। ਸੋ ਸਲੋ ਡਾਊਨ ਨਾਵਲ ਉਹਨਾਂ ਦਾ ਕਾਫੀ ਚਰਚਿਤ ਹੋਇਆ ਸੀ। ਕਹਾਣੀਆਂ ਲਿਖਦੇ ਨੇ, ਨਾਵਲ ਲਿਖਦੇ ਨੇ, ਅਤੇ ਉਹਨਾਂ ਦੀਆਂ ਜਿਹੜੀਆਂ ਪਹਿਲੀਆਂ ਪੁਸਤਕਾਂ ਨੇ ਜਿਵੇਂ ਉਹ ਪੜ੍ਹਨਯੋਗ ਸੀ, ਜਿਵੇਂ ਉਹਨਾਂ ਨੂੰ ਤੁਸੀਂ ਸਹਿਯੋਗ ਦਿੱਤਾ ਹੈ। ਸੋ ਉਵੇਂ ਨਛੱਤਰ ਜੀ ਦਾ ਨਾਵਲ ਕਵਣ ਦੇਸ ਹੈ ਮੇਰਾ ਇਹ ਛਪ ਕੇ ਆ ਗਿਆ ਹੈ, ਤਾਂ ਉਸ ਨੂੰ ਤੁਸੀਂ ਪ੍ਰਾਪਤ ਕਰ ਸਕਦੇ ਹੋ। ਤਾਂ ਇਸੇ ਤਰ੍ਹਾਂ ਡਾਕਟਰ ਕਰਨੈਲ ਸਿੰਘ ਥਿੰਦ ਦੀ ਜਿਹੜੀ ਸਵੈ ਜੀਵਨੀ ਹੈ, ਸਮੇਂ ਦੇ ਨਾਲ ਨਾਲ ਉਹ ਵੀ ਛਪ ਕੇ ਆ ਗਈ ਹੈ। ਸੋ ਇਸ ਦੇ ਵਿੱਚ ਤੁਸੀਂ ਪੌਣੀ ਸਦੀ ਦਾ ਇਤਿਹਾਸ ਹੈ ਜਿਹੜਾ ਉਹ ਜਾਣੋਗੇ। ਅਣਵੰਡੇ ਪੰਜਾਬ ਦੀ ਜਿਹੜੀ ਗਾਥਾ ਹੈ ਉਹ ਵੀ ਤੁਹਾਨੂੰ ਪੜ੍ਹਨ ਨੂੰ ਮਿਲੇਗੀ। ਸੋ ਕਿਵੇਂ ਕਿਵੇਂ ਸਮਾਂ ਤਬਦੀਲ ਹੁੰਦਾ ਰਿਹਾ ਇਹ ਵੀ ਜਾਣਨ ਨੂੰ ਮਿਲੇਗਾ। ਸੋ ਦੋਸਤੋ, ਜੇ ਤੁਸੀਂ ਜਿਹੜਾ ਪੰਜਾਬ ਦਾ ਇਤਿਹਾਸ ਜਾਣਨਾ ਚਾਹੁੰਦੇ ਹੋ, ਮਹੰਜੋਦੜੋ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਕਿਵੇਂ ਹਾਲਾਤ ਬਦਲੇ, ਪੰਜਾਬ ਪਹਿਲਾਂ ਜੋ ਕਦੇ ਸਪਤ ਸਿੰਧੂ ਹੁੰਦਾ ਸੀ, ਰਿਸ਼ੀਆਂ ਮੁਨੀਆਂ ਦੀ ਧਰਤੀ ਸੀ, ਕਿੰਨੀਆਂ ਸੱਭਿਅਤਾ ਆਈਆਂ ਅਤੇ ਕਿੰਨੀਆਂ ਚਲੀਆਂ ਗਈਆਂ, ਕਦੋਂ ਆਰੀਅਨ ਆਏ, ਕੀ ਵਿਕਾਸ ਹੋਇਆ, ਤਾਂ ਮੌਜੂਦਾ ਸਥਿਤੀ ਕੀ ਹੈ, ਇਹ ਸਾਰਾ ਕੁਝ ਜਾਣਨ ਲਈ, ਪੰਜਾਬ ਦਾ ਇਤਿਹਾਸ ਜਾਣਨ ਲਈ ਤੁਸੀਂ ਡਾਕਟਰ ਮਨਜ਼ੂਰ ਇਜਾਜ਼ ਦੀ ਕਿਤਾਬ ਪੰਜਾਬ ਦਾ ਲੋਕ ਇਤਿਹਾਸ, ਇਸ ਨੂੰ ਚੇਤਨਾ ਪ੍ਰਕਾਸ਼ਨ ਨੇ ਛਾਪਿਆ ਹੈ। ਸਤੀਸ਼ ਗੁਲਾਟੀ ਜੀ ਨੂੰ ਤੁਸੀਂ ਫੋਨ ਕਰ ਸਕਦੇ ਹੋ ਜਾਂ ਚੇਤਨਾ ਪ੍ਰਕਾਸ਼ਨ ਨੂੰ ਫੋਨ ਕਰ ਸਕਦੇ ਹੋ। ਸੋ ਉਹਨਾਂ ਤੋਂ ਜਿਹੜੀ ਕਿਤਾਬ ਹੈ ਦੋਸਤੋ ਇਹ ਲਈ ਜਾ ਸਕਦੀ ਹੈ। ਸੋ ਇਹ ਸੀਗੀ ਕੁਛ ਨਵੀਆਂ ਕਿਤਾਬਾਂ ਦੀ ਜਾਣਕਾਰੀ। ਸੋ ਅੱਗੇ ਆਪਾਂ ਤੁਹਾਡੇ ਨਾਲ ਜਿਹੜੀ ਗੱਲ ਕਰਦੇ ਹਾਂ ਉਹ ਇਹ ਹੈ ਕਿ ਜੋ ਸਾਨੂੰ ਵਿਪ ਗਰੇਵਾਲ ਨੇ ਇੱਕ ਨਾਂ ਦਿੱਤਾ ਸੀ ਕਿ ਹਾਲ ਦੀ ਘੜੀ, ਉਹਨਾਂ ਦਾ ਕਹਿਣ ਦਾ ਮਤਲਬ ਸੀ ਕਿ ਹਾਲ ਦੀ ਘੜੀ ਕੀ ਹੋ ਰਿਹਾ ਹੈ, ਸਾਨੂੰ ਇਹ ਜਾਣਕਾਰੀ ਜ਼ਰੂਰ ਦਿਓ। ਹਾਲ ਦੀ ਘੜੀ
ਜਾਣੀ ਮੌਜੂਦਾ ਸਮਾਂ ਜਾਣੀ ਵਰਤਮਾਨ ਦੋਸਤੋ ਬਹੁਤ ਇੰਪੋਰਟੈਂਟ ਹੁੰਦਾ ਹੈ। ਜਿਹੜਾ ਇਤਿਹਾਸ ਹੈ, ਇਤਿਹਾਸ ਦੇ ਵਿੱਚ ਸਾਰਾ ਕੁਝ ਸੱਚ ਨਹੀਂ ਹੁੰਦਾ। ਇਤਿਹਾਸ ਸਮੇਂ ਦੇ ਹਾਕਮ ਬੰਦੇ ਦੀ ਸੋਚ ਉਹਨੂੰ ਆਪਣੇ ਅਨੁਸਾਰ ਲਿਖਾਉਂਦੀ ਹੈ। ਲੇਕਿਨ ਜੋ ਵਰਤਮਾਨ ਹੁੰਦਾ ਹੈ ਉਹ ਬਹੁਤ ਹੱਦ ਤੱਕ ਤੁਹਾਡੇ ਸਾਹਮਣੇ ਹੁੰਦਾ ਹੈ। ਤਾਂ ਸੱਚ ਕੀ ਹੈ ਉਹ ਤੁਸੀਂ ਜਾਣ ਸਕਦੇ ਹੋ। ਸੋ ਹਾਲ ਦੀ ਘੜੀ ਦੋਸਤੋ ਜਿਹੜੇ ਦੋ ਮਸਲੇ ਨੇ ਸੰਸਾਰ ਭਰ ਦੇ ਵਿੱਚ ਉਹ ਚਰਚਾ ਵਿੱਚ ਹਨ। ਇੱਕ ਤਾਂ ਹੈ ਕਿਸਾਨਾਂ ਦਾ ਸੰਘਰਸ਼ ਜੋ ਇਸ ਵਕਤ ਭਾਰਤ ਦੇ ਵਿੱਚ ਚੱਲ ਰਿਹਾ ਹੈ ਅਤੇ ਤਕਰੀਬਨ ਕਈ ਹਫ਼ਤੇ ਹੋ ਗਏ ਨੇ ਕਿਸਾਨਾਂ ਨੂੰ ਦਿੱਲੀ ਦੇ ਆਸ-ਪਾਸ ਬੈਠਿਆਂ ਇੰਨੀ ਠੰਡ ਦੇ ਵਿੱਚ, ਇੰਨੇ ਖਰਾਬ ਮੌਸਮ ਦੇ ਵਿੱਚ ਉਹਨਾਂ 3 ਖੇਤੀ ਕਾਨੂੰਨਾਂ ਦੇ ਖਿਲਾਫ ਉਹ ਸੰਘਰਸ਼ ਕਰ ਰਹੇ ਨੇ, ਜਿੱਥੇ ਉਹਨਾਂ ਨੂੰ ਲੱਗ ਰਿਹਾ ਕਿ ਅਗਰ ਇਹ ਖੇਤੀ ਕਾਨੂੰਨ ਲਾਗੂ ਹੋ ਜਾਂਦੇ ਨੇ ਤਾਂ ਉਹਨਾਂ ਦੀ ਵਿਰਾਸਤ, ਉਹਨਾਂ ਦੀ ਜਿਹੜੀ ਕਹਿ ਲਓ ਜੱਦੀ ਪੁਸ਼ਤੀ ਜਿਹੜੀ ਜ਼ਮੀਨ ਦਾ ਜਾਇਦਾਦ ਹੈ ਅਤੇ ਉਹ ਉਹਨਾਂ ਦੇ ਹੱਥਾਂ 'ਚੋਂ ਨਿਕਲ ਜਾਏਗੀ ਅਤੇ ਉਹਨਾਂ ਦਾ ਭਵਿੱਖ ਕੁਛ ਨਹੀਂ ਬਚੇਗਾ। ਸੋ ਦੋਸਤੋ ਉਹਨਾਂ ਦਾ ਡਰ ਸਹੀ ਵੀ ਹੈ, ਕਿਉਂਕਿ ਜਿੱਥੇ ਵੀ ਕਿਤੇ ਖੇਤੀਬਾੜੀ ਨੂੰ ਦੂਸਰੇ ਤੀਸਰੇ ਦਰਜੇ 'ਤੇ ਲੈ ਕੇ ਗਏ ਨੇ ਜਾਂ ਉਹਦੇ ਵਿੱਚ ਕਟੌਤੀ ਕੀਤੀ ਹੈ ਤਾਂ ਉਹਨਾਂ ਮੁਲਕਾਂ ਦੇ ਵਿੱਚ ਜਿਹੜੀ ਹੈ ਪਹਿਲਾਂ ਇੰਡਸਟਰੀ ਲਿਆਂਦੀ ਗਈ, ਇੰਡਸਟਰੀ ਇਨਕਲਾਬ ਆਏ ਅਤੇ ਲੋਕਾਂ ਨੂੰ ਰੁਜ਼ਗਾਰ ਮਿਲੇ ਤਾਂ ਫਿਰ ਨੇ ਜਿਹੜੇ ਉਹ ਕਿਤੇ ਚੇਂਜ ਕੀਤੇ ਗਏ। ਲੇਕਿਨ ਸਾਡੀਆਂ ਸਰਕਾਰਾਂ ਨੇ ਜਿਹੜੀਆਂ ਉਹ ਕੱਟ ਤਾਂ ਕਰਨਾ ਚਾਹੁੰਦੀਆਂ ਨੇ ਲੇਕਿਨ ਸਹੂਲਤਾਂ ਨਹੀਂ ਦੇਣੀਆਂ ਚਾਹੁੰਦੀਆਂ। ਸੋ ਕਿਸਾਨਾਂ ਨੂੰ ਆਪਣਾ ਜਿਹੜਾ ਜੀਵਨ ਹੈ ਉਹ ਸੁਰੱਖਿਅਤ ਜਾਪਦਾ ਹੈ। ਸੋ ਦੁੱਖ ਇਸ ਗੱਲ ਦਾ ਹੈ ਕਿ ਸਰਕਾਰ ਇਸ ਗੱਲ 'ਤੇ ਅੜੀ ਹੋਈ ਹੈ, ਪਿੱਛੇ ਹਟਣ ਨੂੰ ਤਿਆਰ ਨਹੀਂ, ਅਤੇ ਉਹ ਜਿਹੜੇ ਖੇਤੀ ਕਾਨੂੰਨ ਨੇ ਉਹ ਅਜੇ ਵੀ ਉਹੀ ਰੇੜਕਾ ਉਸੇ ਤਰ੍ਹਾਂ ਚੱਲਿਆ ਆ ਰਿਹਾ ਹੈ। ਮੀਟਿੰਗਾਂ 'ਤੇ ਮੀਟਿੰਗਾਂ ਹੋਈ ਜਾ ਰਹੀਆਂ ਨੇ। ਪ੍ਰਵਾਸ ਵਿਦੇਸ਼ਾਂ ਦੇ ਵਿੱਚ ਵੀ ਸੰਘਰਸ਼ ਨੂੰ ਕਾਫੀ ਸਹਿਯੋਗ ਮਿਲਿਆ ਰਿਹਾ ਹੈ, ਮੁਜ਼ਾਹਰੇ ਹੋ ਰਹੇ ਨੇ, ਦਿਖਾਵੇ ਹੋ ਰਹੇ ਨੇ, ਲੇਕਿਨ ਭਾਰਤ ਸਰਕਾਰ ਦੇ ਜਿਹੜੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ। ਅਜੇ ਕੋਈ ਵੀ ਜਿਹੜੇ ਹੈ ਉਹ ਇਸ ਤਰ੍ਹਾਂ ਦੇ ਆਸਾਰ ਨਹੀਂ ਦਿਖਦੇ ਕਿ ਕਾਨੂੰਨ ਹੱਲ ਹੋਣਗੇ। ਸੁਪਰੀਮ ਕੋਰਟ ਵੱਲੋਂ ਕਮੇਟੀ ਬਣਾ ਦਿੱਤੀ ਗਈ ਹੈ ਜੋ ਕਿਸਾਨਾਂ ਨੂੰ ਪ੍ਰਵਾਨ ਨਹੀਂ ਹੈ, ਲੇਕਿਨ ਜਿਹੜੇ ਬਾਹਰ ਬੈਠੇ ਲੋਕ ਨੇ ਉਹ ਕਾਫੀ ਫਿਕਰਮੰਦ ਇਸ ਕਰਕੇ ਨੇ ਕਿ ਪਿਛਲੇ ਦਿਨੀ ਸਰਕਾਰ ਨੇ ਕੁਛ ਇਸ ਤਰ੍ਹਾਂ ਦੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਨੇ ਕਿ ਇਹਦੇ ਵਿੱਚ ਅੱਤਵਾਦੀ ਲੋਕ ਘੁਸਪੈਠ ਕਰ ਚੁੱਕੇ ਨੇ। ਕਈ ਲੋਕਾਂ ਨੂੰ ਨੋਟਿਸ ਵੀ ਭੇਜੇ ਗਏ ਨੇ ਕਿ ਉਹ ਸਪਸ਼ਟੀਕਰਨ ਦੇਣ। ਸੋ ਦੋਸਤੋ ਡਰ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜਾ 26 ਜਨਵਰੀ ਨੂੰ ਟਰੈਕਟਰ ਮਾਰਚ ਹੋਣਾ ਸੀ ਕਿ ਉਸ ਤੋਂ ਪਹਿਲਾਂ ਕਿਤੇ ਹਾਲਾਤ ਜਿਹੜੇ ਉਹ ਖਰਾਬ ਨਾ ਹੋ ਜਾਣ ਜਾਂ ਕੋਈ ਇਸ ਤਰ੍ਹਾਂ ਦਾ ਹਿੰਸਾ ਨਾ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋ ਜਾਵੇ ਤਾਂ ਜਿਹਦੇ ਨਾਲ ਜਿਹੜਾ ਜਾਨੀ ਨੁਕਸਾਨ ਹੋਵੇ। ਸੋ ਦੋਸਤੋ ਜਦੋਂ ਤੁਸੀਂ ਇਸ ਸੰਘਰਸ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ ਤਾਂ ਜਾਣਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਦੁਨੀਆ ਦਾ ਜਿਹੜਾ ਇਤਿਹਾਸ ਹੈ, ਐਗਰੀਕਲਚਰ ਹਿਸਟਰੀ ਜਿਹੜੀ ਹੈ ਵਰਲਡ ਦੀ, ਤਾਂ ਉਸ ਨੂੰ ਜਿਹੜੀ ਸਮਝਣ ਦੀ ਲੋੜ ਹੈ। ਤਾਂ ਕਿਵੇਂ ਦੁਨੀਆ ਦੇ ਵਿੱਚ ਜੇ ਕਿੱਤੇ ਚੇਂਜ ਹੋਏ ਤਾਂ ਕਿਸ ਤਰ੍ਹਾਂ ਜਿਹੜੀਆਂ ਸਰਕਾਰਾਂ ਨੇ ਉੱਥੇ ਉਹਦਾ ਬਦਲ ਦਿੱਤਾ, ਕਿਸਾਨਾਂ ਦਾ ਜਿਹੜਾ ਕਿੱਤਾ ਸੀ ਉਹ ਜੇ ਬਦਲਿਆ ਗਿਆ ਤਾਂ ਉਹਨਾਂ ਨੂੰ ਫਿਰ ਕਿਸ ਪਾਸੇ ਐਡਜਸਟ ਕੀਤਾ ਗਿਆ। ਸੋ ਇਹ ਜਾਣਨਾ ਬਹੁਤ ਜ਼ਰੂਰੀ ਹੈ। ਤਾਂ ਇਹ ਵੀ ਜਾਣਨਾ ਬਹੁਤ ਜ਼ਰੂਰੀ ਹੈ ਕਿ ਜਿਹੜੀ ਖੇਤੀਬਾੜੀ ਹੈ ਇਹਦੀ ਕੀ ਅਹਿਮੀਅਤ ਹੈ, ਕਦੋਂ ਸ਼ੁਰੂ ਹੋਈ ਸੀ, ਤਾਂ ਕਿਸ ਤਰ੍ਹਾਂ ਇਹਦੇ ਵਿੱਚ ਬਦਲਾਅ ਆਉਂਦੇ ਰਹੇ। ਅਤੇ ਮੈਂ ਬਹੁਤਾ ਵਿਸਥਾਰ ਵਿੱਚ ਨਹੀਂ ਜਾਣਾ, ਲੇਕਿਨ ਮੈਂ ਤੁਹਾਨੂੰ ਇੱਕ ਕਿਤਾਬ ਦਿਖਾਉਣਾ ਹਾਂ ਤਾਂ ਜਿਹੜੀ ਪੜ੍ਹਨੀ ਤੁਹਾਨੂੰ ਬਹੁਤ ਜ਼ਰੂਰੀ ਹੈ ਜੇ ਤੁਸੀਂ ਪੂਰੇ ਵਿਸ਼ਵ ਦੀ ਖੇਤੀਬਾੜੀ ਆ ਜਿਹੜੀ ਐਗਰੀਕਲਚਰ ਹੈ ਉਸ ਨੂੰ ਜਾਣਨਾ ਚਾਹੁੰਦੇ ਹੋ। ਤਾਂ ਦੋਸਤੋ ਆਹ ਕਿਤਾਬ ਹੈ, ਇਹ ਹਿਸਟਰੀ ਆਫ ਦਾ ਵਰਲਡ ਐਗਰੀਕਲਚਰ, ਇਹ ਹਿਸਟਰੀ ਆਫ ਦਾ ਵਰਲਡ ਐਗਰੀਕਲਚਰ। ਸੋ ਬਹੁਤ ਹੀ ਕਮਾਲ ਦੀ ਕਿਤਾਬ ਹੈ, ਕਾਫੀ ਮੋਟੀ ਕਿਤਾਬ ਹੈ। ਸੋ ਇਸ ਦੇ ਤਕਰੀਬਨ 400 ਦੇ ਕਰੀਬ ਪੇਜ ਹਨ, 528 ਪੇਜ ਨੇ। ਅਤੇ ਇਹ ਜਿਹੜੀ ਕਿਤਾਬ ਦੇ ਵਿੱਚ ਮੁੱਢ ਤੋਂ ਲੈ ਕੇ ਕਿ ਕਦੋਂ ਜਿਹੜਾ ਹੈ ਮਨੁੱਖ ਨੇ ਜਦੋਂ ਹੋਮੋਸੇਪੀਅਨ ਤੋਂ ਬਾਅਦ ਅਤੇ ਜਦੋਂ ਉਹਨੇ ਆਪਣੇ ਦਿਮਾਗੀ ਤੌਰ 'ਤੇ ਆਪਣੇ ਆਪ ਨੂੰ ਸੋਚਣਾ ਕੀਤਾ ਤਾਂ ਕਿਸ ਤਰ੍ਹਾਂ ਉਹ ਪਹਿਲਾਂ ਫਲ ਫਰੂਟ ਖਾਂਦਾ ਸੀ ਤਾਂ ਕਿਸ ਤਰ੍ਹਾਂ ਉਹਨੇ ਜਿਹੜਾ ਹੈਗਾ ਆਪ ਫਸਲਾਂ ਉਗਾਉਣੀਆਂ ਸ਼ੁਰੂ ਕੀਤੀਆਂ ਤਾਂ ਕਿਸ ਤਰ੍ਹਾਂ ਫਿਰ ਇੱਕ ਇਨਕਲਾਬ ਆ ਗਿਆ। ਤਾਂ ਉਹ ਸਾਰੀ ਜਿਹੜੀ ਹਿਸਟਰੀ ਆ ਉਹ ਲੈ ਕੇ ਆਉਂਦੀ ਹੈ ਸਾਡੇ ਹਰੇ ਇਨਕਲਾਬ ਤੱਕ। ਹਰੇ ਇਨਕਲਾਬ ਤੋਂ ਬਾਅਦ ਕਿਸ ਤਰ੍ਹਾਂ ਜਿਹੜਾ ਵਾਤਾਵਰਨ ਪ੍ਰਦੂਸ਼ਿਤ ਹੋਇਆ, ਕਿਸ ਤਰ੍ਹਾਂ ਜਿਹੜੇ ਪਾਣੀ ਪਲੀਤ ਹੋਏ, ਕਿਸ ਤਰ੍ਹਾਂ ਸਾਡੇ ਭੋਜਨ ਦੇ ਵਿੱਚ ਜ਼ਹਿਰਾਂ ਰਲਾ ਦਿੱਤੀਆਂ ਗਈਆਂ। ਸੋ ਫਿਰ ਇਸ ਤੱਕ ਕਿ ਜਦੋਂ ਇੰਡਸਟਰੀਅਲ ਇਨਕਲਾਬ ਆਇਆ ਸੋ ਕਿਸ ਤਰ੍ਹਾਂ ਜਿਹੜੀਆਂ ਹੈਗੀਆਂ ਉਹ ਜ਼ਮੀਨਾਂ ਖੋਹੀਆਂ ਜਾਣ ਲੱਗੀਆਂ, ਕਿਸ ਤਰ੍ਹਾਂ ਇੰਡਸਟਰੀ ਫੈਲਣ ਲੱਗੀ, ਕਿਸ ਤਰ੍ਹਾਂ ਜਿਹੜੀਆਂ ਵੱਡੀਆਂ ਇਮਾਰਤਾਂ ਨੇ ਉਹਨਾਂ ਦੇ ਥੱਲੇ ਜ਼ਮੀਨਾਂ ਆਉਣ ਲੱਗੀਆਂ। ਸੋ ਦੋਸਤੋ ਪੜ੍ਹਨ ਵਾਲਾ ਹੈ ਅਤੇ ਨਾਲ ਇਹ ਵੀ ਹੈ ਕਿ ਅਗਰ ਇਹ ਸਾਰਾ ਕੁਛ ਖਤਮ ਹੋ ਗਿਆ ਫਿਰ ਸਾਡਾ ਸੰਸਾਰ ਕਿੱਧਰ ਨੂੰ ਜਾਵੇਗਾ।
ਫਸਲਾਂ ਕਿੱਥੋਂ ਆਉਣਗੀਆਂ, ਸਾਡਾ ਭੋਜਨ ਕਿੱਥੋਂ ਆਵੇਗਾ, ਇਹ ਵੀ ਤੁਹਾਨੂੰ ਦੱਸਿਆ ਗਿਆ ਹੈ। ਅਤੇ ਇਹ ਵੀ ਦੱਸਿਆ ਗਿਆ ਹੈ ਤਾਂ ਕਿਸ ਤਰ੍ਹਾਂ ਜਿਹੜੇ ਚੰਦ ਕੁ ਲੋਕ ਨੇ, ਕੁਛ ਕੁ ਲੋਕ ਨੇ ਜਿਹੜੇ ਸੰਸਾਰ ਨੂੰ ਚਲਾ ਰਹੇ ਨੇ, ਸੋ ਕਿਸ ਤਰ੍ਹਾਂ ਉਹ ਸੰਸਾਰ ਨੂੰ ਜਿੱਥੇ ਕਾਬੂ ਕਰਨ ਵਿੱਚ ਲੱਗੇ ਹੋਏ ਨੇ, ਉੱਥੇ ਜਿਹੜੀ ਫੂਡ ਇੰਡਸਟਰੀ ਹੈ ਉਸ ਨੂੰ ਕਾਬੂ ਕਰਨ ਦੇ ਵਿੱਚ ਲੱਗੇ ਹੋਏ ਨੇ। ਅਤੇ ਭਾਰਤ ਦੇ ਵਿੱਚ ਵੀ ਕੁਛ ਇਸ ਤਰ੍ਹਾਂ ਦੇ ਪਰਿਵਾਰ ਨੇ ਤੋ ਜਿਹੜੇ ਭਾਰਤ ਦੀ ਫੂਡ ਇੰਡਸਟਰੀ ਨੂੰ ਆਪਣੇ ਕੰਟਰੋਲ ਦੇ ਵਿੱਚ, ਆਪਣੇ ਕਾਬੂ ਦੇ ਵਿੱਚ ਕਰਨਾ ਚਾਹੁੰਦੇ ਨੇ। ਸੋ ਉੱਥੇ ਕਿਸਾਨਾਂ ਦਾ ਭਵਿੱਖ ਕੀ ਹੋਵੇਗਾ, ਇਹ ਆਪਾਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵਿਚਾਰਦੇ ਰਹਾਂਗੇ। ਅਤੇ ਦੂਸਰਾ ਜਿਹੜਾ ਹਾਲ ਦੀ ਘੜੀ ਜਿਹੜਾ ਦੂਸਰਾ ਮਸਲਾ ਬਣਿਆ ਹੋਇਆ ਉਹ ਹੈਗਾ ਕੋਵਿਡ-19। ਸੋ ਕੋਵਿਡ-19 ਦਾ ਜਿਹੜੀ ਦੂਜੀ ਲਹਿਰ ਹੈ ਉਹ ਚੱਲ ਰਹੀ ਹੈ ਪੂਰੇ ਸੰਸਾਰ ਦੇ ਵਿੱਚ। ਲੱਖਾਂ ਲੋਕ ਮਾਰੇ ਜਾ ਚੁੱਕੇ ਨੇ, ਹਸਪਤਾਲ ਭਰੇ ਪਏ ਨੇ, ਕੰਮਕਾਜ ਬੰਦ ਹੋਏ ਪਏ ਨੇ, ਬਿਜ਼ਨਸ ਤਬਾਹ ਹੋ ਚੁੱਕੇ ਨੇ, ਅਤੇ ਜਿਹੜਾ ਲਾਈਫ ਹੈ ਉਹ ਅਸਤ ਵਿਵਸਤ ਹੋ ਚੁੱਕੀ ਹੈ। ਅਤੇ ਪਤਾ ਨਹੀਂ ਲੱਗਦਾ ਲੋਕਾਂ ਨੂੰ ਕਿ ਭਵਿੱਖ ਦੇ ਵਿੱਚ ਕੀ ਹੋਵੇਗਾ। ਸਾਰਾ ਟਰੈਵਲ ਰੁਕ ਗਿਆ ਹੈ। ਤੋ ਜਿੰਨੀ ਟੂਰਿਜ਼ਮ ਇੰਡਸਟਰੀ ਸੀ ਉਹ ਬੁਰੀ ਤਰ੍ਹਾਂ ਜਿਹੜੀ ਹੈਗੀ ਆ ਉਹ ਤਬਾਹ ਹੋ ਗਈ ਹੈ। ਅਤੇ ਹਰ ਬੰਦਾ ਘਰੋਂ ਨਿਕਲਣ ਲੱਗਿਆ ਡਰਦਾ ਹੈ ਕਿ ਉਹ ਠੀਕ ਠਾਕ ਵਾਪਸ ਆਏਗਾ ਕਿ ਨਹੀਂ। ਸੋ ਦੋਸਤੋ, ਸਾਡਾ ਜਿਹੜਾ ਸੂਬਾ, ਕਿਉਂਕਿ ਮੈਂ ਪ੍ਰੋਗਰਾਮ ਤੁਹਾਡੇ ਤੱਕ ਜਿਹੜਾ ਪਹੁੰਚਾ ਰਿਹਾ ਹਾਂ ਇਹ ਕੈਨੇਡਾ ਦੇ ਸੂਬੇ ਓਨਟਾਰੀਓ ਤੋਂ ਪਹੁੰਚਾ ਰਿਹਾ ਹਾਂ, ਤਾਂ ਓਨਟਾਰੀਓ ਜਿਹੜਾ ਹੈ ਇਸ ਵਕਤ ਉੱਥੇ ਸਟੇਟ ਐਮਰਜੈਂਸੀ ਲੱਗੀ ਹੋਈ ਹੈ। ਅਤੇ ਸਟੇ ਐਟ ਹੋਮ, ਤੁਹਾਨੂੰ ਘਰ ਰਹਿਣ ਦੇ ਆਰਡਰ ਹਨ। ਤੁਸੀਂ ਘਰ ਤੋਂ ਬਾਹਰ ਨਹੀਂ ਨਿਕਲ ਸਕਦੇ ਬਿਨਾਂ ਕੰਮ ਤੋਂ। ਹਾਂ, ਜ਼ਰੂਰੀ ਕੰਮ ਲਈ ਜਾ ਸਕਦੇ ਹੋ, ਤੁਸੀਂ ਗਰੋਸਰੀ ਲੈਣੀ ਹੈ, ਤੁਸੀਂ ਆਪਣੇ ਕੰਮਾਂ 'ਤੇ ਜਾਣਾ ਹੈ, ਤੁਸੀਂ ਬਿਮਾਰ ਹੋ, ਹੌਸਪੀਟਲ ਜਾ ਰਹੇ ਹੋ, ਇਹਨਾਂ ਚੀਜ਼ਾਂ ਲਈ ਤੁਸੀਂ ਜਾ ਸਕਦੇ ਹੋ। ਲੇਕਿਨ ਜਿਹੜਾ ਜਿਸ ਤਰ੍ਹਾਂ ਅੱਗੇ ਕੇ ਲੋਕ ਤੁਰੇ ਹੀ ਰਹਿੰਦੇ ਸੀ ਸੜਕਾਂ 'ਤੇ, ਕਾਰਾਂ ਭੀੜ ਲੱਗੀ ਰਹਿੰਦੀ ਸੀ, ਜਾਂ ਬਾਜ਼ਾਰਾਂ ਦੇ ਵਿੱਚ, ਜਾਂ ਗੱਲਾਂ ਮਾਰਨੀਆਂ ਖੜ੍ਹ ਕੇ, ਸੋ ਉਸ ਤਰ੍ਹਾਂ ਹੁਣ ਅਸੀਂ ਨਹੀਂ ਕਰ ਸਕਦੇ। ਮਾਸਕ ਲਾਉਣਾ ਜ਼ਰੂਰੀ ਹੈ। ਅਤੇ ਸੈਰ ਲਈ ਤੁਸੀਂ ਜਾ ਸਕਦੇ ਹੋ, ਅਤੇ ਜੇ ਤੁਹਾਡੇ ਕੋਲ ਕੁੱਤਾ ਰੱਖਿਆ ਉਸਨੂੰ ਘੁਮਾਉਣ ਜਾ ਸਕਦੇ ਹੋ। ਲੇਕਿਨ ਸਟੇਟ ਐਮਰਜੈਂਸੀ ਹੈ ਜਿਹੜੀ ਉਹ ਲੱਗੀ ਹੋਈ ਹੈ। ਤੁਸੀਂ 10 ਤੋਂ ਵੱਧ ਕਿਤੇ ਵੀ ਨਹੀਂ ਇਕੱਠੇ ਹੋ ਸਕਦੇ, ਅਤੇ ਤੁਸੀਂ ਘਰਾਂ ਦੇ ਵਿੱਚ ਕਿਸੇ ਨੂੰ ਬੁਲਾ ਨਹੀਂ ਸਕਦੇ, ਤਾਂ ਕਿਸੇ ਦੇ ਘਰ ਜਾ ਨਹੀਂ ਸਕਦੇ। ਸੋ ਅਸੀਂ ਇਹੀ ਬੇਨਤੀ ਕਰਾਂਗੇ ਕਿ ਇਹ ਤੁਸੀਂ ਸਰਕਾਰ ਨੂੰ ਸਹਿਯੋਗ ਦਿਓ। ਤੋ ਪਿਛਲੇ ਦਿਨੀ ਕੁਛ ਮੁਜ਼ਾਹਰੇ ਵਗੈਰਾ ਵੀ ਹੁੰਦੇ ਰਹੇ ਨੇ, ਕਿਸਾਨਾਂ ਦੇ ਹੱਕ 'ਚ ਵੀ ਹੁੰਦੇ ਰਹੇ ਨੇ। ਤੋ ਜੇ ਹੁਣ ਸਟੇਟ ਐਮਰਜੈਂਸੀ ਲੱਗੀ ਹੋਈ ਹੈ ਤਾਂ ਇਹ ਮਨੁੱਖੀ ਬਚਾਅ ਲਈ ਇੱਕ ਬਹੁਤ ਵੱਡਾ ਯਤਨ ਹੈ, ਤਾਂ ਕਿ ਲੋਕਾਂ ਨੂੰ ਜਿਹੜਾ ਹੈਗਾ ਉਹ ਇਸ ਰੂਪ ਵਿੱਚ ਇਕੱਠੇ ਨਾ ਹੋਣ ਦਿੱਤਾ ਜਾਵੇ, ਤਾਂ ਕਿ ਜਿਹੜੀ ਬਿਮਾਰੀ ਆ ਉਹ ਹੋਰ ਅੱਗੇ ਫੈਲ ਜਾਵੇ ਅਤੇ ਮਨੁੱਖਤਾ ਜਿਹੜੀ ਖਤਰੇ 'ਚ ਪੈ ਜਾਵੇ, ਜਾਂ ਜਿਹੜੇ ਹਸਪਤਾਲ ਨੇ ਉਹਨਾਂ ਦੀ ਕਪੈਸਿਟੀ ਖਤਮ ਹੋ ਜਾਵੇ ਕਿ ਉੱਥੇ ਗੌਰਮੈਂਟ ਕੋਲ ਮਰੀਜ਼ਾਂ ਨੂੰ ਸੰਭਾਲਣ ਜੋਗੀ ਜਗ੍ਹਾ ਹੀ ਨਾ ਬਚੇ। ਸੋ ਦੋਸਤੋ, ਗੌਰਮੈਂਟ ਦਾ ਇਸ ਗੱਲ 'ਚ ਸਹਿਯੋਗ ਦਿਓ। ਤੋ ਇhtiyਾਤ ਵਰਤੋ, ਪੂਰਾ ਮਾਸਕ ਪਹਿਨ ਕੇ ਘਰੋਂ ਨਿਕਲ ਕੋ, ਬਾਰ-ਬਾਰ ਹੱਥ ਧੋਵੋ, ਅਤੇ ਦੂਰੀ ਬਣਾ ਕੇ ਰੱਖੋ, 2 ਮੀਟਰ ਦੀ ਦੂਰੀ ਬਣਾ ਕੇ ਰੱਖੋ। ਸੋ ਹਾਲ ਦੀ ਘੜੀ ਇਹ ਦੁਨੀਆ 'ਤੇ ਬਹੁਤ ਵੱਡੀ ਸਮੱਸਿਆ ਹੈ। ਤੋ ਤੀਸਰੀ ਜਿਹੜੀ ਗੱਲ ਹੈ ਉਹ ਹੈ ਵੈਕਸੀਨ। ਸੋ ਦੁਨੀਆ ਭਰ ਵਿੱਚ ਇਸ ਵਕਤ ਜਿਹੜੀ ਹੈ ਉਹ ਵੈਕਸੀਨ ਆ ਗਈ, ਅਤੇ 3-4 ਤਰ੍ਹਾਂ ਦੀ ਵੈਕਸੀਨ ਪੂਰੇ ਸੰਸਾਰ ਦੇ ਵਿੱਚ ਲਗਾਈ ਜਾ ਰਹੀ ਹੈ। ਭਾਰਤ ਦੇ ਵਿੱਚ ਵੀ ਲਗਾਈ ਜਾ ਰਹੀ ਹੈ, ਕੈਨੇਡਾ ਦੇ ਵਿੱਚ ਵੀ, ਅਮਰੀਕਾ ਦੇ ਵਿੱਚ ਵੀ। ਅਮਰੀਕਾ ਦੇ ਵਿੱਚ ਕਾਫੀ ਨੁਕਸਾਨ ਪਹਿਲਾਂ ਹੀ ਹੋ ਚੁੱਕਿਆ ਹੈ। ਇਸੇ ਤਰ੍ਹਾਂ ਫਰਾਂਸ, ਇੰਗਲੈਂਡ, ਸਾਰੇ ਪਾਸੇ ਜਿਹੜੀ ਵੈਕਸੀਨ ਹੈ ਉਹ ਲਗਾਈ ਜਾ ਰਹੀ ਹੈ। ਤੋ ਵੈਕਸੀਨ ਬਾਰੇ ਕਈ ਡਰ ਅਤੇ ਵਹਿਮ ਵੀ ਫੈਲਾਏ ਜਾ ਰਹੇ ਨੇ। ਤੋ ਸੱਚ ਕੀ ਹੈ ਤਾਂ ਡਾਕਟਰ ਜਾਣਦੇ ਨੇ, ਲੇਕਿਨ ਬਿਮਾਰੀ ਨੂੰ ਰੋਕਣ ਦੇ ਲਈ ਜਿਹੜੀ ਵੈਕਸੀਨ ਹੈ ਉਹ ਲਗਵਾਉਣੀ ਬਹੁਤ ਜ਼ਰੂਰੀ ਹੈ। ਮੈਨੂੰ ਇਹ ਨਹੀਂ ਪਤਾ ਕਿ ਤੁਹਾਡਾ ਕੰਮ ਕਿਸ ਤਰ੍ਹਾਂ ਦਾ ਹੈ, ਲੇਕਿਨ ਜੋ ਹੈ ਗੌਰਮੈਂਟਾਂ ਦੇ ਦੱਸਣ ਅਨੁਸਾਰ ਕਿ ਸਭ ਤੋਂ ਪਹਿਲਾਂ ਜਿਹੜੇ ਫਰੰਟ ਲਾਈਨ ਵਰਕਰ ਨੇ ਤਾਂ ਉਹਨਾਂ ਨੂੰ ਵੈਕਸੀਨ ਮਿਲੇਗੀ। ਤਾਂ ਫਿਰ ਜਿਹੜੇ ਸੀਨੀਅਰ ਸਿਟੀਜ਼ਨ ਹਨ, ਜਾਂ ਜਿਹੜੇ ਲੌਂਗ ਟਰਮ ਕੇਅਰ ਹੋਮ ਨੇ, ਜਾਂ ਜਿੱਥੇ ਮਰੀਜ਼ਾਂ ਨੂੰ ਰੱਖਿਆ ਜਾਂਦਾ ਹੈ, ਤਾਂ ਉਹਨਾਂ ਥਾਵਾਂ 'ਤੇ ਜਿਹੜੀ ਵੈਕਸੀਨ ਆ ਉਹ ਦਿੱਤੀ ਜਾਵੇਗੀ। ਅਤੇ ਹੌਲੀ ਹੌਲੀ ਜਿਹੜਾ ਇੱਕ ਆਮ ਸਧਾਰਨ ਬੰਦਾ ਉਹਦੇ ਤੱਕ ਵੀ ਪਹੁੰਚ ਜਾਵੇਗੀ। ਤੋ ਜਿਹੜਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਹੈ ਉਹਨਾਂ ਦਾ ਕਹਿਣਾ ਹੈ ਕਿ ਸਤੰਬਰ ਮਹੀਨੇ ਤੱਕ ਸਾਰੇ ਜਿਹੜੇ ਕੈਨੇਡੀਅਨ ਨੇ ਉਹਨਾਂ ਨੂੰ ਵੈਕਸੀਨ ਲੱਗ ਜਾਵੇਗੀ। ਤਾਂ ਉਮੀਦ ਕਰਦਾ ਹਾਂ ਕਿ ਅਸੀਂ ਇਸ ਮਹਾਂਮਾਰੀ ਤੋਂ ਇਸ ਸਾਲ ਬਾਹਰ ਨਿਕਲ ਜਾਵਾਂਗੇ, ਅਤੇ ਫਲਾਈਟਾਂ ਉਡਾਣਾਂ ਜਿਹੜੀਆਂ ਹਨ ਦੁਨੀਆ ਭਰ ਵਿੱਚ ਫਿਰ ਤੋਂ ਸ਼ੁਰੂ ਹੋ ਜਾਵੇਗਾ। ਇਹ ਕਹਿਣਾ ਮੁਸ਼ਕਿਲ ਹੈ ਕਿ ਜਿਹੜੀ ਆਮ ਵਰਗਾ ਜੀਵਨ ਜਿਹੜਾ ਪਹਿਲਾਂ 2020 ਤੋਂ ਪਹਿਲਾਂ ਸੀ ਉਹ ਕਦੋਂ ਮੁੜ ਕੇ ਆਵੇਗਾ, ਅਤੇ ਜਿਸ ਦੀ ਅਸੀਂ ਸਾਰੇ ਉਡੀਕ ਕਰ ਰਹੇ ਹਾਂ, ਤਾਂ ਉਹ ਪਤਾ ਨਹੀਂ। ਸੋ ਦੋਸਤੋ, ਇਹ ਪਰਛਾਵਾਂ ਜਿਹੜਾ ਕੋਵਿਡ-19 ਦਾ ਹੈ ਇਹ ਲੰਬਾ ਸਮਾਂ ਸਾਡੇ ਤੱਕ ਰਹੇਗਾ। ਅਤੇ ਇਸ ਦੇ ਨਾਲ ਹੀ ਦੋਸਤੋ, ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਆਪਾਂ ਜਿਹੜੀ ਗੱਲ ਹੈ ਉਹ ਕਿਸੇ ਡਿਫਰੈਂਟ ਸਬਜੈਕਟ 'ਤੇ ਕਰਾਂਗੇ, ਕੋਈ ਹੋਰ ਵਿਸ਼ਾ ਤੁਹਾਡੇ ਨਾਲ ਸਾਂਝਾ ਕਰਾਂਗੇ। ਅਤੇ ਤੁਸੀਂ ਇਸ ਪ੍ਰੋਗਰਾਮ ਨੂੰ ਸਹਿਯੋਗ ਦਿੰਦੇ ਰਹਿਣਾ।
ਤੇ ਤੁਸੀਂ ਕੋਈ ਸਾਹਿਤਕ ਸਰਗਰਮੀ ਕਰਦੇ ਹੋ, ਤੁਹਾਡੀ ਕੋਈ ਕਿਤਾਬ ਨਵੀਂ ਆਉਂਦੀ ਹੈ, ਤੁਸੀਂ ਕਿਤੇ ਟਰੈਵਲ ਕਰਦੇ ਹੋ, ਜਾਂ ਤੁਹਾਨੂੰ ਕੋਈ ਯੂਨੀਵਰਸ ਬਾਰੇ ਜਾਣਕਾਰੀ ਹੈ, ਤੇ ਜਾਂ ਕੋਈ ਸਾਇੰਸ ਦੀ ਖੋਜ ਹੈ, ਕੋਈ ਵੀ ਹੈ, ਤੁਸੀਂ ਸਾਡੇ ਚੈਨਲ ਨਾਲ ਸੰਪਰਕ ਕਰ ਸਕਦੇ ਹੋ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਡੇ ਲਈ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਤਾਂ ਜਿਹਦੇ ਵਿੱਚ ਸਾਹਿਤਕਾਰਾਂ ਨਾਲ ਮੁਲਾਕਾਤਾਂ ਹੋਣਗੀਆਂ ਤੇ ਕੁਝ ਲੋਕਾਂ ਦੀਆਂ ਅਸੀਂ ਜੀਵਨੀਆਂ ਸਾਂਝੀਆਂ ਕਰਾਂਗੇ ਤੇ ਇਤਿਹਾਸ ਦੀਆਂ ਗੱਲਾਂ ਕਰਾਂਗੇ, ਤੇ ਜਿਹੜੀਆਂ ਸੱਭਿਅਤਾਵਾਂ ਨੇ ਉਹ ਕਿਵੇਂ ਬਦਲਦੀਆਂ ਰਹੀਆਂ ਤੇ ਉਹਨਾਂ ਦਾ ਇਤਿਹਾਸ ਕੀ ਹੈ, ਇਸ ਸੰਬੰਧੀ ਵੀ ਆਪਾਂ ਗੱਲਾਂ ਕਰਾਂਗੇ। ਤੋਂ ਕੁਝ ਹੋਰ ਸਹਿਯੋਗੀ ਸਾਡੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜੁੜਨਗੇ। ਸੋ ਹਰਬੀਰ ਪਾਲ ਢੀਂਡਸਾ ਜੀ, ਜੋ ਕਿ ਵਿਗਿਆਨ ਅਤੇ ਬ੍ਰਹਿਮੰਡ ਵਿੱਚ ਕਾਫੀ ਜਾਣਕਾਰੀ ਰੱਖਦੇ ਨੇ, ਸੋ ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਕਿ ਜਦੋਂ ਅਸੀਂ ਸਾਇੰਸ ਦੇ ਕਿਸੇ ਸਬਜੈਕਟ 'ਤੇ ਗੱਲ ਕਰਾਂਗੇ, ਬ੍ਰਹਿਮੰਡ 'ਤੇ ਗੱਲ ਕਰਾਂਗੇ, ਤਾਂ ਜਾਂ ਵਿਗਿਆਨ ਦੀਆਂ ਕਾਢਾਂ 'ਤੇ ਗੱਲ ਕਰਾਂਗੇ, ਤਾਂ ਹਰਬੀਰ ਪਾਲ ਢੀਂਡਸਾ ਜੀ ਮੇਰੇ ਨਾਲ ਸਹਿਯੋਗ ਦੇਣਗੇ ਤਾਂ ਉਹ ਉਸ ਗੱਲਬਾਤ ਦੇ ਵਿੱਚ ਸ਼ਾਮਲ ਹੋਣਗੇ। ਸੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤੇ ਸਾਹਿਤਕ ਗੱਲ ਕਰਨੀ ਚਾਹੁੰਦੇ ਹੋ, ਤਾਂ ਬਲਵੀਰ ਕੌਰ ਸੰਘੇੜਾ ਜੀ ਸਾਡੇ ਨਾਲ ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ। ਤਾਂ ਹੋਰ ਜਿਹੜੇ ਵੀ ਤੁਸੀਂ ਖੁਦ ਇਸ ਵਿੱਚ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਰਿਕਾਰਡ ਕਰ ਸਕਦੇ ਹਾਂ ਤੇ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਸੋ ਉਮੀਦ ਕਰਦਾ ਹਾਂ ਦੋਸਤੋ, ਅੱਜ ਦਾ ਪ੍ਰੋਗਰਾਮ ਤੁਹਾਨੂੰ ਇਹ ਠੀਕ ਲੱਗਿਆ ਹੋਵੇਗਾ। ਤਾਂ ਦੁਨੀਆ ਭਰ ਵਿੱਚ ਕਿਤੇ ਵੀ ਤੁਸੀਂ ਬੈਠੇ ਹੋ ਤਾਂ ਤੁਸੀਂ ਇਸ ਪ੍ਰੋਗਰਾਮ ਦੇ ਨੂੰ ਜ਼ਰੂਰ ਦੇਖੋ, ਸੁਣੋ ਅਤੇ ਸਾਡੇ ਤੱਕ ਆਪਦੀ ਰਾਏ ਪੁੱਜਦੀ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸੋ। ਤੇ ਜੇ ਤੁਹਾਡੇ ਫੇਸਬੁੱਕ ਤੇ ਟਵਿੱਟਰ ਤੇ ਹੈ ਇਸ ਪ੍ਰੋਗਰਾਮ ਤਾਂ ਇਸ ਨੂੰ ਸਾਂਝਾ ਵੀ ਕਰੋ ਤੇ ਦੂਸਰੇ ਲੋਕਾਂ ਤੱਕ ਪੁੱਜਦਾ ਕਰੋ। ਤੇ ਜੇ ਤੁਸੀਂ ਮੈਨੂੰ ਈਮੇਲ ਕਰਨੀ ਹੈ ਤਾਂ major.mangat@gmail.com ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਤੇ ਜਾਂ ਤੁਸੀਂ ਚੈਨਲ YouTube ਤੇ ਜਾ ਕੇ ਥੱਲੇ ਆਪਣੇ ਕਮੈਂਟ ਲਿਖ ਸਕਦੇ ਹੋ, ਫੇਸਬੁੱਕ YouTube ਤੇ ਵੀ ਕਮੈਂਟ ਲਿਖ ਸਕਦੇ ਹੋ। ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਕੋਈ ਖਾਸ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ। ਸੋ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦਾ ਹਾਂ। ਤਾਂ ਮੇਜਰ ਮਾਂਗਟ ਨੂੰ ਤੁਸੀਂ ਆਗਿਆ ਦਿਓ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ।